ਤੁਹਾਡੇ पेट 'ਚ क्यों दर्द हो रही बई ਇਹਦਾ मतलब आ ਤੁਸੀਂ ਬੇਈਮਾਨ ਜੇ ਇਹਨਾਂ ਨੇ ਕਿਸਾਨ ਨੂੰ ਉਹ ਬਿੱਲ ਦਿੱਤਾ ਜਿਹਨੂੰ ਵੇਖ ਕੇ ਰੋਂਦੇ ਪਏ ਨੇ ਹੱਸਦਾ ਕੌਣ ਪਿਆ ਹੈ ਅੰਬਾਨੀ ਤੇ ਅਡਾਨੀ ਜਿਨ੍ਹਾਂ ਨੇ ਆਪਣੀਆਂ ਬੋਰੀਆਂ ਵਿੱਚ ਪਵਾ ਲੀਆਂ ਕਣਕ ਚੁੱਕਣ ਵਾਲੀਆਂ ਸਾਡੇ ਕਿਸੇ ਵੀਰ ਨੂੰ ਮੁਕੱਦਮਾ ਨਹੀਂ ਦਰਜ ਹੋਣ ਦਿਆਂਗੇ ਕਿਸੇ ਨੂੰ ਜਾਣ ਨਹੀਂ ਦਿਆਂਗੇ ਅੰਦਰ ਅਗਰ ਸਰਕਾਰ ਐਸੀਆਂ ਕੁਝ ਹਰਕਤਾਂ 'ਤੇ ਉਤਰੂਗੀ ਤੇ ਫਿਰ ਇੱਕ ਗੱਲ ਸਮਝ ਲਵੇ ਅਜੇ ਤੇ ਇੱਕ ਅੰਦੋਲਨ ਖਤਮ ਨਹੀਂ ਹੋਇਆ ਦੂਜਾ ਅੰਦੋਲਨ ਸ਼ੁਰੂ ਹੋ ਜਾਊਗਾ ਕਿ ਅਖਲਾਕੀ ਤੌਰ ਤੇ ਕਿਸਾਨ ਜਿੱਤ ਚੁੱਕੇ ਆ ਸਰਕਾਰ ਹਾਰ ਚੁੱਕੀ ਆ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਇਸ ਵਕਤ ਅਸੀਂ ਮੌਜੂਦ ਹਾਂ ਗਾਜ਼ੀਪੁਰ ਬਾਰਡਰ ਤੇ ਜਿੱਥੇ ਪਹੁੰਚੇ ਨੇ ਮਨਜਿੰਦਰ ਸਿੰਘ ਸਿਰਸਾ ਜੀ ਅੰਦੋਲਨ ਪੂਰਾ ਆਪਦੀ ਚਰਮ ਸੀਮਾ ਤੇ ਆ ਪਰ ਚਿੱਠੀਆਂ ਆ ਰਹੀਆਂ ਗੀਆਂ ਮੀਟਿੰਗ ਤੇ ਮੀਟਿੰਗ ਹੋ ਰਹੀਆਂ ਗੀਆਂ ਅਮੈਂਡਮੈਂਟਸ ਦੀ ਗੱਲ ਹੁੰਦੀ ਆ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਨਹੀਂ ਮੈਂ ਤੁਹਾਡਾ ਪਰਸਨਲ ਕੀ ਵਿਊ ਆ ਪਾਰਟੀ ਦਾ ਨਹੀਂ ਤੁਹਾਡਾ ਕੀ ਨਹੀਂ ਦੇਖੋ ਇਸ ਤਰ੍ਹਾਂ ਹੈ ਕਿਸਾਨਾਂ ਨੇ ਬਹੁਤ ਵੱਡੀ ਇੱਕ ਲੜਾਈ ਲੜ ਕੇ ਜਿੱਤ ਹਾਸਲ ਕੀਤੀ ਆ ਜਿੱਤ ਇਹ ਹਾਸਲ ਕੀਤੀ ਆ ਇੰਨੇ ਵੱਡੇ ਅੰਦੋਲਨ ਨੂੰ ਖੜਾ ਕਰਨਾ ਇੰਨੀ ਕ੍ਰਾਂਤੀਕਾਰੀ ਲੋਕਾਂ ਨੂੰ ਇਕੱਠਿਆਂ ਕਰ ਦੇਣਾ ਔਰ ਦੇਸ਼ ਔਰ ਦੁਨੀਆ ਦੇ ਅੰਦਰ ਇੱਕ ਨਵੀਂ ਕ੍ਰਾਂਤੀ ਦੀ ਰੂਹ ਫੂਕ ਦੇਣੀ ਇਹ ਬਹੁਤ ਵੱਡੀ ਜਿੱਤ ਆ ਬਿੱਲ ਵਾਪਸ ਜਿੱਦਣ ਹੋਣਗੇ ਉਹ ਇੱਕ ਵੱਖਰੀ ਗੱਲ ਆ ਪਰ ਮੇਰੀ ਨਜ਼ਰ ਅੰਦਰ ਕਿਸਾਨਾਂ ਦੀ ਹੁਣ ਤੱਕ ਹੀ ਬਹੁਤ ਵੱਡੀ ਜਿੱਤ ਹੋ ਚੁੱਕੀ ਹੈ ਅਖਲਾਕੀ ਤੌਰ ਤੇ ਕਿਸਾਨ ਜਿੱਤ ਚੁੱਕੇ ਆ ਸਰਕਾਰ ਹਾਰ ਚੁੱਕੀ ਆ ਇਸ ਕਰਕੇ ਜਿਹੜੇ ਕਿਸਾਨਾਂ ਨੇ ਅੱਜ ਤੱਕ ਐਡੀ ਵੱਡੀ ਲੜਾਈ ਲੜੀ ਆ ਮੈਂ ਇਹ ਗੱਲ ਉਹਨਾਂ ਦੇ ਵਿਵੇਕ ਛੱਡਦਾ ਉਹਨਾਂ ਨੇ ਕੀ ਫੈਸਲਾ ਲੈਣਾ ਹੈ ਕਿਉਂਕਿ ਸਾਡੀ ਕੋਈ ਗੱਲ ਕਹੀ ਇਸ ਅੰਦੋਲਨ ਦੇ ਪ੍ਰਤੀ ਕਰਦੀ ਆ ਬਸ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹੈ ਮੰਨ ਲਓ ਸੁਪਰੀਮ ਕੋਰਟ ਵੀ ਕੋਈ ਫੈਸਲਾ ਕਰ ਦੇਵੇ ਜੋ ਕਿਸਾਨ ਕਹੂਗਾ ਸਾਨੂੰ ਉਹਦਾ ਫੈਸਲਾ ਅਸੀਂ ਕਹਾਂਗੇ ਉਹ ਕਿਸਾਨ ਨੇ ਕਿਹਾ ਉਹ ਸਿਰ ਮੱਥੇ ਤੇ ਆ ਜੀ ਤੁਸੀਂ 16 ਨੇ ਗੱਲ ਕਰਤੀ ਪਰ ਹੁਣ ਦੂਸਰੀ ਗੱਲ ਆ ਜਿਹੜੀ ਜੋਗੀ ਸਰਕਾਰ ਚੀਜ਼ ਕਰ ਰਹੀ ਆ ਕਲੈਕਟਰਾਂ ਦੀ ਡਿਊਟੀ ਲੱਗੀ ਤਹਿਸੀਲਦਾਰਾਂ ਦੀ ਡਿਊਟੀ ਲੱਗੀ ਆ ਪਟਵਾਰੀਆਂ ਦੀ ਡਿਊਟੀ ਲੱਗੀ ਆ ਅਵਾਰਾ ਪਸ਼ੂ ਛੱਡੇ ਜਾ ਰਹੇ ਆ ਕਿਸਾਨਾਂ ਦਾ ਬਾਇਓਡਾਟਾ ਤਿਆਰ ਹੋ ਰਿਹਾ ਪਾਰਟੀ ਕੀ ਹੋ ਰਿਹਾ ਦੇਖੋ ਅੱਜ ਮੈਂ ਹੁਣ ਇੱਥੋਂ ਅਨਾਉਂਸਮੈਂਟ ਵੀ ਕੀਤੀ ਆ ਕਿਉਂਕਿ ਕੱਲ ਅਖਬਾਰ 'ਚ ਬਿਆਨ ਛਪਿਆ ਸੀਗਾ ਐਸਐਸਪੀ ਉਦਮ ਸਿੰਘ ਨਗਰ ਦਾ ਕਿ ਅਸੀਂ ਮੁਕੱਦਮੇ ਦਰਜ ਕਰਾਂਗੇ ਅਸੀਂ ਬਿਲਕੁਲ ਸਪਸ਼ਟ ਤੌਰ ਤੇ ਕਹਿੰਦੇ ਪਾਰਟੀ ਲੈਵਲ ਤੇ ਵੀ ਕਮੇਟੀ ਲੈਵਲ ਤੇ ਵੀ ਕਿਸੇ ਸੂਰਤ ਅੰਦਰ ਅਗਰ ਸਰਕਾਰ ਨੇ ਅਸੀਂ ਜਾਤੀ ਕਰਨ ਦੀ ਕੋਸ਼ਿਸ਼ ਕੀਤੀ ਕਿੱਡੀ ਵੱਡੀ ਲੜਾਈ ਲੜਨੀ ਪਵੇ ਸਾਡੇ ਕਿਸੇ ਵੀਰ ਨੂੰ ਮੁਕੱਦਮਾ ਨਹੀਂ ਦਰਜ ਹੋਣ ਦਿਆਂਗੇ ਕਿਸੇ ਨੂੰ ਜਾਣ ਨਹੀਂ ਦਿਆਂਗੇ ਅੰਦਰ ਅਗਰ ਸਰਕਾਰ ਐਸੀਆਂ ਕੁਝ ਹਰਕਤਾਂ 'ਤੇ ਉਤਰੂਗੀ ਤੇ ਫਿਰ ਇੱਕ ਗੱਲ ਸਮਝ ਲਵੇ ਅਜੇ ਤੇ ਇੱਕ ਅੰਦੋਲਨ ਖਤਮ ਨਹੀਂ ਹੋਇਆ ਦੂਜਾ ਅੰਦੋਲਨ ਸ਼ੁਰੂ ਹੋ ਜਾਊਗਾ ਸਰਕਾਰ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਆ ਇਹ ਇਕੱਲੇ ਨਹੀਂ ਹੈਗੇ ਇਹਨਾਂ ਦੇ ਪਿੱਛੇ ਲੱਖਾਂ ਲੋਕ ਖੜੇ ਨੇ ਇਹਨਾਂ ਦੇ ਪਿੱਛੇ ਦਿੱਲੀ ਖੜੀ ਆ ਇਹਨਾਂ ਦੇ ਪਿੱਛੇ ਦੇਸ਼ ਖੜਾ ਔਰ ਇਹਨਾਂ ਦੇ ਪਿੱਛੇ ਦੁਨੀਆ ਖੜੀ ਆ ਅੱਜ ਉੱਤਰਾਖੰਡ ਦਾ ਰਾਮਪੁਰ ਦਾ ਉਦਮ ਸਿੰਘ ਨਗਰ ਦਾ ਇਹ ਬਾਜਪੁਰ ਦਾ ਇਹ ਸਿੱਖ ਇਕੱਲਾ ਨਹੀਂ ਹੈਗਾ ਇੱਕ ਡਰਾ ਲੈਣਗੇ ਧਮਕਾ ਲੈਣਗੇ ਇਹ ਪ੍ਰਸ਼ਾਸਨ ਦੀ ਗਲਤੀ ਹੈ ਮੈਂ ਸਰਕਾਰ ਨੂੰ ਕਹਿਣਾ ਨਾ ਕਰ ਬੈਠਿਓ ਜੀ ਤੁਸੀਂ ਵੀ ਰਾਜ ਲੀਡਰੋਂ ਬੜੀਆਂ ਸਿਆਸਤੀ ਚਾਲਾਂ ਚੱਲਦੀ ਆ ਸਰਕਾਰ ਤੁਹਾਨੂੰ ਕੀ ਲੱਗਦਾ ਗਾ ਵੀ ਸਰਕਾਰ ਦੀ ਹੁਣ ਕੀ ਮਨਸ਼ਾ ਹੋ ਸਕਦੀ ਹੈ ਕਿ ਉਹ ਕਹਿ ਰਹੇ ਨੇ ਵੀ ਡੱਬਾ ਰਹਿਣ ਜੋ ਅੰਦਰ ਸਮਾਨ ਜਿਹੜਾ ਮਰਜ਼ੀ ਪਾ ਲਓ ਜਾਂ ਜਿਹੜੀ ਮਰਜ਼ੀ ਚੀਜ਼ ਬਦਲ ਲਓ ਫਾਈਲ ਉਹੀ ਰਹਿਣ ਦਿਓ ਬਾਹਰੋਂ ਤੁਹਾਨੂੰ ਕੀ ਲੱਗਦਾ ਇਹ ਕਿਹੜੀਆਂ ਚਾਲਾਂ ਵਾਲਾ ਦੇਖੋ ਗੱਲ ਅਸੀਂ ਵੀ ਸੁਣਦੇ ਆ ਰਹੇ ਲੋਕਾਂ ਤੋਂ ਜੋ ਕਿਸਾਨ ਆ ਕੇ ਦੱਸਦੇ ਨੇ ਗੱਲ ਅਗਰ ਆਪਾਂ ਸਿੰਪਲ ਗੱਲ ਕਰੀਏ ਕਿ ਡੱਬਾ ਜ਼ਹਿਰ ਵਾਲਾ ਹੈ ਉਹ 'ਚ 1000 ਮਿਲੀਲੀਟਰ ਜ਼ਹਿਰ ਆ ਕਿਸਾਨ ਕਹਿੰਦਾ ਕਿ ਇਹ ਜ਼ਹਿਰ ਆ ਸਰਕਾਰ ਕਹਿੰਦੀ ਅੱਛਾ ਜੀ 950 ਮਿਲੀਲੀਟਰ ਕੱਢ ਲੈਨੇ ਆ 50 ਮਿਲੀਲੀਟਰ ਤਾਂ ਜ਼ਹਿਰ ਹੀ ਰਹਿ ਗਈ ਚਲੋ ਮੈਂ ਕਹਿੰਦਾ ਮੰਨ ਲਓ ਸਰਕਾਰ ਕਹਿੰਦੀ ਸਾਰੀ ਕੱਢ ਲੈਨੇ ਆ ਤੇ ਡੱਬਾ ਵੀ ਤਾਂ ਜ਼ਹਿਰ ਵਾਲਾ ਹੀ ਆ ਜਦੋਂ ਤੁਸੀਂ ਜ਼ਹਿਰ ਹੀ ਕੱਢਣ ਡੇ ਜੇ ਡੱਬੇ ਨੂੰ ਗੋਲੀ ਮਾਰੋ ਦੂਜੀ ਗੱਲ ਐਸਾ ਕਿਹੜਾ ਕਾਨੂੰਨ ਆ ਜਿਨ੍ਹਾਂ ਲਈ ਬਣਾਉਣਾ ਉਹਨਾਂ ਨੂੰ ਪੁੱਛਦੇ ਹੀ ਨਹੀਂ ਪਏ ਬੱਚੇ ਨੂੰ ਖਿਡੌਣਾ ਵੀ ਦਿਓ ਨਾ ਆਪਾਂ ਉਹ ਖਿਡੌਣਾ ਦੇਣਾ ਜਿਹਨੂੰ ਦੇਖ ਕੇ ਬੱਚਾ ਹੱਸੇ ਨਾ ਕਿ ਉਹ ਬੱਚੇ ਖਿਡੌਣਾ ਦੇਣਾ ਜਿਹਨੂੰ ਦੇਖ ਕੇ ਬੱਚਾ ਰੋਵੇ ਇਹਨਾਂ ਨੇ ਕਿਸਾਨ ਨੂੰ ਉਹ ਬਿੱਲ ਦਿੱਤਾ ਜਿਹਨੂੰ ਵੇਖ ਕੇ ਰੋਂਦੇ ਪਏ ਨੇ ਹੱਸਦਾ ਕੌਣ ਪਿਆ ਹੈ ਅੰਬਾਨੀ ਤੇ ਅਡਾਨੀ ਜਿਨ੍ਹਾਂ ਨੇ ਆਪਣੀਆਂ ਬੋਰੀਆਂ ਵਿੱਚ ਪਵਾ ਲੀਆਂ ਕਣਕ ਚੁੱਕਣ ਵਾਲੀਆਂ ਇਹ ਉਹੀ ਕੰਮ ਆ ਪਹਿਲਾਂ ਇਹਨਾਂ ਨੇ ਜੀਓ ਨੂੰ ਲਿਆ ਕੇ BSNL ਨੂੰ ਮਾਰਿਆ ਪ੍ਰਾਈਵੇਟ ਏਅਰਲਾਈਨਾਂ ਨੇ ਏਅਰ ਇੰਡੀਆ ਨੂੰ ਮਾਰਿਆ ਸਰਕਾਰੀ ਹਸਪਤਾਲਾਂ ਨੂੰ ਪ੍ਰਾਈਵੇਟ ਹਸਪਤਾਲ ਨੇ ਮਾਰਿਆ ਤੇ ਪ੍ਰਾਈਵੇਟ ਸਕੂਲਾਂ ਨੇ ਸਰਕਾਰੀ ਸਕੂਲਾਂ ਨੂੰ ਮਾਰਿਆ ਗੱਲ ਇਹ ਆ ਬੜੀ ਸਿੰਪਲ ਜੀ ਗੱਲ ਆ ਸਾਡਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦਾ ਇੱਥੇ ਸਟਾਲ ਲੱਗਾ ਆ ਹੁਣੇ ਬ੍ਰੈਡ ਪਕੌੜੇ ਤਲਦੇ ਪਏ ਨੇ ਭਾਜੀ ਜਦੋਂ ਬ੍ਰੈਡ ਪਕੌੜੇ ਇੱਥੇ ਬਣਦੇ ਪਏ ਨੇ ਤੁਸੀਂ ਵੀ ਆ ਕੇ ਇੱਥੇ ਲੈ ਲਓ ਇਹ ਵੀ ਲੈ ਲੈਣ ਇਹ ਵੀ ਆ ਕੇ ਇੱਥੇ ਖਾ ਲਓ ਹੁਣ ਤੁਹਾਡੀ ਇੱਕ ਸ਼ਰਤ ਹੋ ਜਾਏ ਦਿੱਲੀ ਕਮੇਟੀ ਦੀ ਵੀ ਤੁਸੀਂ ਇੱਥੋਂ ਬ੍ਰੈਡ ਪਕੌੜੇ ਲਓਗੇ ਤੁਹਾਡੇ ਵਾਸਤੇ ਅਸੀਂ ਵੱਖਰਾ ਸਟਾਲ ਲਾਵਾਂਗੇ ਫਿਰ ਤੁਸੀਂ ਕਹੋਗੇ ਨਾ ਮਤਲਬ ਕੋਈ ਸ਼ਰਾਰਤ ਹੋਊਗੀ ਜਿਹੜੀ ਮੰਡੀ ਚੋਂ ਕਿਸਾਨ ਮਾਲ ਸੁੱਟਦਾ ਉਹ ਸਰਕਾਰੀ ਆ ਉਹਦਾ ਰਿਕਾਰਡ ਬਣਦਾ ਜੇ ਫਰਮ ਮਿਲਦਾ ਪੇਮੈਂਟ ਤਾਂ ਮਿਲਦੀ ਆ ਅੰਬਾਨੀ ਅਡਾਨੀ ਨੂੰ ਜਾਂ ਕਿਸੇ ਹੋਰ ਪ੍ਰਾਈਵੇਟ ਨੂੰ ਕੀ ਤਕਲੀਫ ਹੋ ਸਰਕਾਰੀ ਮੰਡੀ ਚੋਂ ਮਾਲ ਖਰੀਦਣ ਲੱਗਿਆ ਤੁਹਾਡੇ ਪੇਟ 'ਚ ਕਿਉਂ ਦਰਦ ਹੋ ਰਹੀ ਬਈ ਇਹਦਾ ਮਤਲਬ ਆ ਤੁਸੀਂ ਬੇਈਮਾਨ ਜੇ ਤੁਸੀਂ ਸਰਕਾਰੀ ਮੰਡੀ ਚੋਂ ਮਾਲ ਇਸ ਕਰਕੇ ਨਹੀਂ ਚੁੱਕਣਾ ਚਾਹੁੰਦੇ ਕਿਉਂਕਿ ਸਰਕਾਰੀ ਮੰਡੀ ਚੋਂ ਚੁੱਕੇ ਮਾਲ ਦੇ ਪੈਸੇ ਦੇਣੇ ਪੈਣਗੇ ਪ੍ਰਾਈਵੇਟ ਮੰਡੀ ਚੋਂ ਚੁੱਕੋਗੇ ਮਾਲ ਅਗਲੇ ਦੇ ਘਰ ਲੈ ਜਾਓਗੇ ਔਰ ਹੁੰਦਾ ਰਹਿ ਜੂ ਮਗਰੋਂ ਸੜਕਾਂ ਤੇ ਬੈਠੂ ਪੈਸੇ ਵਾਸਤੇ ਦੂਜੀ ਗੱਲ ਕੰਟਰੈਕਟ ਫਾਰਮਿੰਗ ਬਾਈ ਕੰਟਰੈਕਟ ਫਾਰਮਿੰਗ ਕੀ ਆ ਵੀ 1000 ਏਕੜ ਜ਼ਮੀਨ ਜ਼ਿਮੀਂਦਾਰਾਂ ਦੀ ਲੈ ਲਈ ਕਿਸੇ ਦੀ 25 ਆ ਕਿਸੇ ਦੀ 15 ਕਿਸੇ ਦੀ 2 ਆ
ਉਹਨੇ 1000 ਏਕੜ ਜ਼ਮੀਨ ਲੈ ਕੇ ਕੰਟਰੈਕਟ ਉੱਤੇ 5 ਸਾਲ ਦਾ ਠੇਕਾ ਕਰ ਲਿਆ। 5 ਸਾਲ ਦਾ ਮੰਨ ਲਓ ਠੇਕਾ ਐਡਵਾਂਸ ਹੀ ਦੇ ਦਿੱਤਾ ਕਿਸਾਨ ਨੂੰ। ਕਿਸਾਨ ਤੇ ਖੁਸ਼ ਹੋ ਗਿਆ ਨਾ ਕਿ 5 ਸਾਲ ਦਾ ਐਡਵਾਂਸ ਠੇਕਾ ਆ ਗਿਆ। ਹੁਣ ਉਹਨੇ ਕੀ ਕੀਤਾ, ਉਸ 1000 ਏਕੜ ਜ਼ਮੀਨ ਉੱਤੇ 2000 ਕਰੋੜ ਰੁਪਏ ਲੋਨ ਲੈ ਲਿਆ ਪ੍ਰੋਜੈਕਟ ਦਾ। ਕਹਿੰਦਾ ਮੈਂ ਤਾਂ ਸਟ੍ਰਾਬੇਰੀ ਲਾਉਣੀ ਆ ਜੀ, ਗ੍ਰੀਨ ਹਾਊਸ ਬਣਾਉਣਾ ਜੀ। ਉਹ 2000 ਕਰੋੜ ਲੈ ਕੇ ਚਲੇ ਗਿਆ। ਕਿਸਾਨ ਦੀ ਜ਼ਮੀਨ ਬੈਂਕ ਕੋਲ ਪਹੁੰਚ ਗਈ। ਇਹ ਕਹਿੰਦਾ ਅਸੀਂ ਕਰਜ਼ਾ ਲਿਆ ਨਹੀਂ। ਉਹ ਕਹਿੰਦਾ ਐਗਰੀਮੈਂਟ ਤੇਰਾ ਹੈ ਨਾ। ਕਹਿੰਦਾ ਮੇਰਾ ਹੈ। ਕਹਿੰਦਾ ਮੈਂ ਕੋਰਟ ਜਾਊਂਗਾ। ਕਹਿੰਦਾ ਕੋਰਟ ਨਹੀਂ ਜਾ ਸਕਦਾ ਤੂੰ। ਹੁਣ ਐਸਡੀਐਮ ਤੋਂ ਅੱਗੇ ਤੇਰੀ ਕੋਈ ਵਾਹ ਨਹੀਂ। ਐਸਡੀਐਮ 50000 ਚ ਵਿਕਦਾ। ਤਾਂ ਸਰਕਾਰ ਨੇ ਕਿਸਾਨ ਦੇ ਉਹ ਸਾਰੇ ਰਸਤੇ ਬੰਦ ਕਰ ਦਿੱਤੇ ਜਿਹਦੇ ਨਾਲ ਕਿਸਾਨ ਆਪਣੀ ਜ਼ਮੀਨ ਬਚਾ ਸਕੇ। ਜੀ ਸਿਰਸਾ ਜੀ, ਕੁਝ ਰਸਤੇ ਕਿਸਾਨਾਂ ਨੇ ਵੀ ਬੰਦ ਕੀਤੇ ਸੀ, ਰਾਜ ਲੀਡਰਾਂ ਦੇ ਵੀ। ਉਹ ਸਟੇਜਾਂ ਤੇ ਨਾ ਹੁਣ ਚਲੋ ਉਹ ਉਹਨਾਂ ਨੂੰ ਨਹੀਂ ਵਧੀਆ ਲੱਗਦੇ, ਪਰ ਜਿਹੜਾ ਵੀ ਲੀਡਰ ਆ, ਤੁਸੀਂ ਐਮਐਲਏ ਹੋ, ਐਮਪੀ ਹੋ, ਤੁਹਾਡੇ ਮਗਰ ਵੀ ਲੱਖਾਂ ਲੋਕ ਆ। ਤੁਸੀਂ ਆ ਕੇ ਇਕੱਠ 'ਚ ਤਾਂ ਬੈਠ ਸਕਦੇ ਹੋ। ਪਾਰਟੀ ਲੈਵਲ ਤੇ ਇਹ ਗੱਲਾਂ ਚੱਲੀਆਂ ਵੀ ਆਪਾਂ ਇਕੱਠ 'ਚ ਜਾ ਕੇ ਤਾਂ ਬੈਠੀਏ, ਲੋਕਾਂ ਨੂੰ ਤਾਂ ਮੂੰਹ ਦਿਖਾਉਣਾਗਾ। ਇਹ ਗੱਲ ਜੇ ਆਪਾਂ ਪੰਜਾਬ 'ਚ ਕਹੀਏ, ਤੁਹਾਡੀ ਪਾਰਟੀ ਦੀ ਗੱਲ ਕਰ ਲਈਏ, ਤਾਂ ਇਹ ਚੀਜ਼ਾਂ ਕਿਉਂ ਨਹੀਂ ਹੋ ਰਹੀਆਂ? ਹੋਣੀਆਂ ਤਾਂ ਚਾਹੀਦੀਆਂ। ਵਰਕਰ ਤੇ ਦੇਖੋ ਹਰ ਪਾਰਟੀ ਦਾ ਘੁੰਮ ਰਿਹਾ। ਵਰਕਰ ਜਾ ਰਿਹਾ, ਚਿਹਰਾ ਕਿਉਂ ਨਹੀਂ? ਹੁਣ ਦੇਖੋ ਅਸੀਂ ਵੀ ਘੁੰਮਦੇ ਹੀ ਪਏ ਹਾਂ, ਅਸੀਂ ਵੀ ਪਾਰਟੀ ਦੇ ਹੀ ਹਾਂ, ਸਟੇਜਾਂ ਤੇ ਆ ਕੇ ਬੋਲਦੇ ਵੀ ਹਾਂ। ਪਰ ਮੇਰੀ ਬੇਨਤੀ ਸੁਣੋ, ਇਹ ਤੁਹਾਡੀ ਗੱਲ ਠੀਕ ਆ। ਦੇਖੋ ਇੱਕ ਸਭ ਦੇ ਮਨ 'ਚ ਇਸ ਗੱਲ ਦੀ ਚਿੰਤਾ ਹੈ ਵੀ ਕਿਸਾਨੀ ਅੰਦੋਲਨ ਆ। ਜੀ ਬਿਲਕੁਲ। ਕੋਈ ਗਲਤੀ ਨਾ ਹੋ ਜੇ, ਬੜੀ ਮਿਹਨਤ ਕਰਕੇ, ਮਤਲਬ ਨਾ ਜਿਵੇਂ ਕੀੜੀ ਇੱਕ ਕਦਮ ਚੁੱਕ ਕੇ, ਇੱਕ ਚੀਨੀ ਦਾ ਦਾਣਾ ਚੁੱਕ ਕੇ ਤੇ ਉਹ ਚੀਨੀ ਦਾ ਗੜ ਬਣਾਵੇ। ਐ ਕਿਸਾਨ ਨੇ ਬਹੁਤ ਛੋਟੇ ਕਦਮ ਪੁੱਟ ਕੇ ਤੇ ਅੱਜ ਪਹਾੜ ਖੜਾ ਕੀਤਾ ਹੈ। ਤੇ ਕਿਤੇ ਕੋਈ ਗਲਤੀ ਨਾ ਹੋ ਜੇ, ਸਾਰੀ ਗਲਤੀ ਅਗਲਾ ਕਹੂਗਾ ਸਾਡੀ ਮਿਹਨਤ ਕੀਤੀ ਮਿੱਟੀ ਕਰ ਦਿੱਤੀ। ਇਹ ਹਰੇਕ ਨੂੰ ਚਿੰਤਾ ਹੈਗੀ ਆ। ਬਾਕੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਮੈਂ ਤੇ ਕਿਸਾਨ ਜਥੇਬੰਦੀਆਂ ਨੂੰ ਮੀਟਿੰਗ 'ਚ ਕਿਹਾ ਸੀ, ਜਦੋਂ ਮੇਰੇ ਨਾਲ ਬਹੁਤ ਦੇਰ ਪਹਿਲਾਂ ਮੀਟਿੰਗ ਹੋਈ ਸੀ, ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਆਪਣੇ ਦਾਇਰੇ ਨੂੰ ਹੋਰ ਵੱਡਾ ਕਰੋ। ਇਹ ਕਿਉਂਕਿ ਆਪਾਂ ਜਿੰਨਾ ਦਾਇਰਾ ਵੱਡਾ ਕਰਦੇ ਚੱਲਾਂਗੇ ਓਨਾ ਹੀ ਸਰਕਾਰਾਂ ਤੇ ਦਬਾਅ ਬਣੂਗਾ। ਜੀ ਜਾਂਦੇ ਮੈਂ ਇੱਕ ਹੋਰ ਸਵਾਲ ਲੈਣਾ ਚਾਹੂੰਗਾ। ਇਹ ਸਾਰੀ ਚੀਜ਼ ਹੋ ਰਹੀ ਆ, ਤੁਸੀਂ ਕਿਵੇਂ ਦੇਖ ਰਹੇ ਹੋ ਇਦਾਂ ਦਾ ਅੰਦੋਲਨ? ਪਹਿਲਾਂ ਜ਼ਿੰਦਗੀ 'ਚ ਦੇਖਿਆ ਸੀ, ਇੰਨਾ ਡਿਸਿਪਲਿਨ, ਇੰਨੀ ਸਫਾਈ, ਇੰਨਾ ਇਕਜੁੱਟ ਭਾਈਚਾਰਾ। ਇਦਾਂ ਲੱਗਦਾ ਕਾਲੇ ਕਾਨੂੰਨਾਂ ਨੇ ਸਾਨੂੰ ਉਹ ਚੀਜ਼ਾਂ ਯਾਦ ਕਰਾਤੀਆਂ ਜਿਹੜੀਆਂ ਕਦੇ ਅਸੀਂ ਇਤਿਹਾਸ 'ਚ ਪੜ੍ਹਦੇ ਹੁੰਦੇ ਸੀ। ਬੜੇ ਲੋਕ ਕਹਿੰਦੇ ਸੀ ਇਹ ਤਾਂ ਸੌਂ ਗਏ ਜੀ, ਇਹ ਤਾਂ ਉੜਤਾ ਪੰਜਾਬ ਆ, ਬੜੀਆਂ ਚੀਜ਼ਾਂ ਕਹੀਆਂ ਜਾਂਦੀਆਂ ਸੀ ਪੰਜਾਬੀਆਂ ਨੂੰ। ਉਹ ਚੀਜ਼ ਬਾਰੇ ਕੀ ਕਹਿਣਾ? ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਸੀ ਕਿ ਜਿੱਤ ਹਾਸਲ ਆਲਰੇਡੀ ਕਿਸਾਨ ਕਰ ਚੁੱਕਿਆ। ਐਡਾ ਵੱਡਾ ਰੈਵੋਲੂਸ਼ਨ ਲੈ ਕੇ ਆਉਣਾ ਜਿਹੜਾ ਤੁਹਾਡੇ ਬਲੱਡ ਦੇ ਅੰਦਰ ਇੱਕ ਨਵੀਂ ਰੂਹ ਨੂੰ ਇੰਜੈਕਟ ਕਰ ਦੇਵੇ, ਤੁਹਾਡਾ ਖੂਨ ਖੋਲ ਉੱਠੇ। ਅੱਜ ਇਹ ਮੁੰਡੇ ਜਿਹੜੇ ਇੱਥੇ ਖੜੇ ਨੇ, ਕੋਈ ਯੂਨੀਵਰਸਿਟੀ ਤੋਂ ਪੜ੍ਹ ਕੇ ਆਇਆ ਹੈ, ਕੋਈ ਦਿੱਲੀ ਤੋਂ ਪੜ੍ਹ ਕੇ ਗਿਆ ਹੈ, ਕੋਈ ਵਿਦੇਸ਼ਾਂ ਤੋਂ ਪੜ੍ਹ ਕੇ ਆਇਆ ਹੈ। ਮੇਰਾ ਬੇਟਾ, ਮੇਰੀ ਬੇਟੀ ਹੁਣੇ ਇੱਥੇ ਸੀਗੇ, ਮੇਰਾ ਬੇਟਾ ਬਾਹਰੋਂ ਆਇਆ ਹੈ। ਮੈਂ ਇਹਨੂੰ ਇਸੇ ਕਰਕੇ ਇੱਥੇ ਲੈ ਕੇ ਆਉਣਾ ਹੈ। ਮੈਂ ਆਪਣੇ ਬੇਟੇ ਨੂੰ ਹਰ ਸੰਡੇ ਨੂੰ ਇੱਥੇ ਲੈ ਕੇ ਜਾਣਾ ਹੈ ਤਾਂ ਕਿ ਇਹਨਾਂ ਨੂੰ ਇਹ ਪਤਾ ਲੱਗ ਸਕੇ ਜਦੋਂ ਜਾਂਦੇ ਨੇ ਨਾ, ਉਹ ਘਰ ਜਾ ਕੇ ਉਹ ਚੀਜ਼ਾਂ ਪੜ੍ਹਦੇ ਨੇ, ਸਾਨੂੰ ਆ ਕੇ ਸਾਡੇ ਬੱਚੇ ਦੱਸਦੇ ਨੇ ਕਿ ਪਾਪਾ ਆਹ ਨਵੀਂ ਚੀਜ਼ ਨਿਕਲ ਆਈ, ਦੇਖਿਆ ਤੁਸੀਂ? ਕਿਉਂਕਿ ਇੱਕ ਨਵੀਂ ਰੂਹ ਇਸ ਅੰਦੋਲਨ ਨੇ ਫੂਕਤੀ ਹੈ। ਇਸ ਅੰਦੋਲਨ ਨੇ ਸਾਨੂੰ ਇਕਜੁੱਟ ਕੀਤਾ, ਸਾਨੂੰ ਆਪਣੀ ਤਾਕਤ ਦਾ ਅਹਿਸਾਸ ਕਰਾਇਆ ਔਰ ਦੇਸ਼ ਔਰ ਦੁਨੀਆ ਨੂੰ ਵੀ ਸਾਡੀ ਕਿੱਡੀ ਵੱਡੀ ਤਾਕਤ ਆ ਇਹਦਾ ਮੁਜ਼ਾਹਰਾ ਕਰਕੇ ਅਸੀਂ ਲੋਕਾਂ ਨੂੰ ਦੱਸਿਆ ਹੈ। ਅੱਜ ਸਰਕਾਰ ਕੋਈ ਫੈਸਲਾ ਲੈਣ ਤੋਂ ਪਹਿਲਾਂ ਇਤਿਹਾਸ ਦੀਆਂ ਕਿਤਾਬਾਂ ਹੁਣ ਉਹ ਨਹੀਂ ਪੜੂਗੀ ਸਾਰਾ ਗੜੀ ਵਾਲੀਆਂ, ਹੁਣ ਕਿਤਾਬਾਂ ਆਹ ਵਾਲੀਆਂ ਪੜੂਗੀ, ਕਹੂਗੀ ਆਹ ਕਿਤਾਬਾਂ ਪੜ੍ਹ ਲਓ। ਮੈਂ ਇੱਕ ਬੜੇ ਵੱਡੇ ਨੇਤਾ ਦੀ ਗੱਲ ਦੱਸਦਾ ਹਾਂ। ਉਹਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਮੈਨੂੰ ਇੱਕ ਫਲਾਣੇ ਵੱਡੇ ਨੇਤਾ ਦਾ ਫੋਨ ਆਇਆ ਸੀ। ਕਾਹਦੇ ਲਈ ਆਇਆ ਸੀ? ਸਿੱਖ ਨੇਤਾ ਜੀ ਨੇ ਮੈਨੂੰ ਦੱਸਿਆ। ਮੈਂ ਕਹਿੰਦਾ ਕਾਹਦੇ ਲਈ ਆਇਆ ਸੀ? ਕਹਿੰਦਾ ਯਾਰ ਮੈਂ ਨਾ ਕੋਈ ਸਿੱਖੀ ਦੇ ਕਿਤਾਬਾਂ ਪੜ੍ਹਨੀਆਂ ਨੇ, ਮੈਨੂੰ ਦਿਓ ਜੀ, ਮੈਂ ਇਹਨਾਂ ਦੀ ਸਾਈਕੀ ਸਮਝਣੀ ਆ। ਮੈਂ ਕਿਹਾ ਉਹਨੂੰ ਕਹੋ ਬੜਾ ਲੇਟ ਹੋ ਗਿਆ, ਅੱਜ ਕੱਲ੍ਹ ਕਿਤਾਬ ਪੜ੍ਹਨ ਦੀ ਲੋੜ ਨਹੀਂ, ਟਿਕਰੀ ਬਾਰਡਰ ਤੇ ਆ ਜਾ, ਸਾਈਕੀ ਪਤਾ ਲੱਗ ਜੂਗੀ। ਧੰਨਵਾਦ ਜੀ, ਤੁਸੀਂ ਸਮਾਂ ਦਿੱਤਾ ਜੀ। ਸੋ ਦੋਸਤੋ, ਇਹ ਸੀ ਮਨਜਿੰਦਰ ਸਿੰਘ ਸਿਰਸਾ, ਜਿਨ੍ਹਾਂ ਨੇ ਜਿਹੜਾ ਅੰਦੋਲਨ ਆ ਬੜਾ ਢਾਂਚੇਬੱਧਕ ਤਰੀਕੇ ਨਾਲ ਚੱਲ ਰਿਹਾ ਹੈਗਾ। ਜਿਹੜੇ ਲੋਕਾਂ ਦਾ ਇਹ ਪ੍ਰਸ਼ਨ ਸੀ ਵੀ ਵੱਡੇ ਚਿਹਰੇ ਕਿਉਂ ਨਹੀਂ ਆ ਰਹੇ, ਉਹ ਵੀ ਉਹਨਾਂ ਨੇ ਜਵਾਬ ਦੇ ਦਿੱਤਾ ਗਾ। ਅੱਗੇ ਵੀ ਅਸੀਂ ਜਿਹੜੇ ਲੋਕ ਇੱਥੇ ਆ ਰਹੇ ਨੇ, ਚਾਹੇ ਉਹ ਰਾਜਸੀ ਲੀਡਰ ਹੋਣ, ਚਾਹੇ ਉਹ ਕਿਸਾਨ ਆਗੂ ਹੋਣ, ਜਾਂ ਫਿਰ ਆਮ ਕਿਸਾਨ ਹੋਣ, ਜਿਹੜੇ ਸਾਡੇ ਸਭ ਤੋਂ ਵੱਡੇ ਸੈਲੀਬ੍ਰਿਟੀ ਨੇ, ਅਸੀਂ ਉਹਨਾਂ ਦੀਆਂ ਗਰਾਊਂਡ ਜ਼ੀਰੋ ਤੋਂ ਰਿਪੋਰਟ ਲੈ ਕੇ ਆਉਂਦੇ ਰਹਾਂਗੇ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।